ਅੱਜ ਇਹ ਜੋ ਸੁਭਾਗਾ ਸਮਾਂ ਗੁਰੂ ਦੇ ਪਿਤਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਉਹਨਾਂ ਦੇ ਦਰ ਤੋਂ ਬਰੋਸਾਈਆਂ ਹੋਈਆਂ, ਉਹਨਾਂ ਦੀ ਜੋਤ ਨਾਲ ਪ੍ਰਕਾਸ਼ਮਾਨ ਦਸੇ ਪਾਤਸ਼ਾਹੀਆਂ ਅੱਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਇਸ ਪਾਵਨ ਅਸਥਾਨ ਆਨੰਦਪੁਰ ਸਾਹਿਬ, ਇੱਥੇ ਅੱਜ ਅਸੀਂ ਇੱਥੋਂ ਦਾ ਇਤਿਹਾਸ, ਇਹਦੇ ਨਾਲ ਜੁੜੇ ਹੋਏ ਗੁਰੂ ਸਾਹਿਬਾਨਾਂ ਦੇ ਕੌਤਕ, ਇੱਥੇ ਖਾਲਸਾ ਪੰਥ ਦੀ ਨਿਆਰੇ ਤੇ ਨਿਰਮਲ ਪੰਥ ਦੀ ਸਿਰਜਣਾ ਦਾ ਜੋ ਰੂਹਾਨੀ ਕੌਤਕ ਕਲਗੀਧਰ ਪਾਤਸ਼ਾਹ ਹਜ਼ੂਰ ਨੇ ਕੀਤਾ, ਉਸ ਦਾ ਇਸ਼ਾਰੇ ਮਾਤਰ ਜ਼ਿਕਰ ਜੋ ਗੁਰੂ ਕਰਵਾਉਣਗੇ ਉਹ ਕਰਨ ਦਾ ਯਤਨ ਕਰਾਂਗੇ। ਭਾਵਨਾ ਸਿਰਫ ਇਹੀ ਹੈ ਕਿ ਅਸੀਂ ਗੁਰੂ ਕੇ ਕਹਾਉਣ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪੁੱਤਰ ਧੀਆਂ ਕਹਾਉਣ ਵਾਲੇ, ਮਾਤਾ ਸਾਹਿਬ ਕੌਰ ਜੀ ਦੇ ਪੁੱਤਰ ਧੀਆਂ ਕਹਾਉਣ ਵਾਲੇ, ਆਪਣੀ ਵਿਰਾਸਤ ਦੇ ਸਹੀ ਅਰਥਾਂ ਵਿੱਚ ਵਾਰਸ ਬਣਨ ਲਈ ਇਹ ਮਾਣ ਮੱਤਾ ਇਤਿਹਾਸ, ਇਹ ਪਿਓ ਦਾਦੇ ਦਾ ਖਜ਼ਾਨਾ, ਇਸ ਨੂੰ ਜਾਣ ਕੇ ਇਹਦੇ ਨਾਲ ਇੱਕ ਰੂਹਾਨੀ ਸਾਂਝ ਬਣਾਉਣ ਦੇ ਸਮਰੱਥ ਹੋ ਸਕੀਏ। ਅਸੀਂ ਜਿਸ ਧਰਤੀ 'ਤੇ ਜੰਮੇ ਪਲੇ ਹਾਂ, ਪੰਜਾਬੀ ਕਹਾਉਂਦੇ ਆਪਣੇ ਆਪ ਨੂੰ ਇਹ 5 ਦਰਿਆਵਾਂ ਦੀ ਧਰਤੀ ਕਹੀ ਜਾਂਦੀ ਹੈ। ਇਹਨਾਂ 5 ਦਰਿਆਵਾਂ ਦੇ ਵਿੱਚੋਂ 2 ਦਰਿਆ ਜਿਹੜੇ ਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇਤਿਹਾਸਕ ਮਹੱਤਤਾ ਰੱਖਦੇ ਨੇ। ਭਾਵੇਂ ਝਨਾਹ ਵੀ ਪਿਆਰ ਕਰਨ ਵਾਲੀਆਂ ਰੂਹਾਂ ਦੇ ਇਤਿਹਾਸ ਨੂੰ ਸਮੋਈ ਬੈਠਾ, ਪਰ ਰਾਵੀ ਤੇ ਸਤਲੁਜ ਉਹ ਦਰਿਆ ਨੇ ਜਿਨ੍ਹਾਂ ਨੇ ਇਸ ਧਰਤੀ 'ਤੇ ਸਾਰੀ ਮਨੁੱਖਤਾ ਦੇ ਭਲੇ ਵਾਸਤੇ ਭਜਨ ਬੰਦਗੀ ਦਾ, ਸਰਬੱਤ ਦੇ ਭਲੇ ਦਾ, ਕਿਰਤ ਕਰਨ ਦਾ, ਨਾਮ ਜਪਣ ਦਾ, ਵੰਡ ਛਕਣ ਦਾ ਸੰਦੇਸ਼ ਦਿੱਤਾ ਅਤੇ ਨਾਲ ਦੀ ਨਾਲ ਮਾਨਵਤਾ ਦੇ ਵਿੱਚ ਇਹ ਵੀ ਸੰਦੇਸ਼ ਦਿੱਤਾ ਕਿ ਜਦੋਂ ਤੁਸੀਂ ਰੱਬੀ ਮਾਰਗ 'ਤੇ ਚੱਲਦੇ ਹੋ, ਜਦੋਂ ਤੁਸੀਂ ਜ਼ਿੰਦਗੀ ਨੂੰ ਰੂਹਾਨੀ ਗੁਣਾਂ ਦਾ ਧਾਰਨੀ ਬਣਾਉਣ ਦੇ ਲਈ ਪ੍ਰਭੂ ਦੇ ਨਾਲ ਜੁੜਦੇ ਹੋ, ਤਾਂ ਇਹ ਅਗਿਆਨੀਆਂ ਦਾ ਸੰਸਾਰ ਤੁਹਾਡੇ ਕੋਲੋਂ ਆਪਣੀ ਅਧਿਆਤਮਿਕਤਾ ਦੀ, ਦੈਵੀ ਗੁਣਾਂ ਦੀ ਜ਼ਿੰਦਗੀ ਦੀ ਕੀਮਤ ਵੀ ਮੰਗਦਾ। ਅਤੇ ਰਾਵੀ ਉਹ ਹੈ ਜਿੱਥੇ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਨਾਨਕ ਨਿਰਮਲ ਪੰਥ ਚਲਾਉਣ ਵਾਸਤੇ ਜ਼ਿੰਦਗੀ ਦੇ ਆਖਰੀ ਸਾਲਾਂ ਦੇ ਵਿੱਚ ਕਰਤਾਰਪੁਰ ਸਾਹਿਬ ਵਸਾਇਆ, ਜਿੱਥੇ ਜ਼ਿੰਦਗੀ ਦੇ 18 ਸਾਲ ਸੱਚੇ ਪਾਤਸ਼ਾਹ ਹਜ਼ੂਰ ਗੁਰੂ ਨਾਨਕ ਦੇਵ ਮਹਾਰਾਜ ਨੇ ਆਪ ਬਜ਼ੁਰਗੀ, ਜਿਹੜੀ ਸਰੀਰ ਦੇ ਪੱਖੋਂ ਬਜ਼ੁਰਗੀ ਹੁੰਦੀ ਹੈ, ਅਧਿਆਤਮਿਕ ਬਜ਼ੁਰਗੀ ਤਾਂ ਉਹਨਾਂ ਕੋਲ ਪਹਿਲਾਂ ਹੀ ਸੀ, ਪਰ ਸਰੀਰਕ ਬਜ਼ੁਰਗੀ ਜਿਹੜੀ ਗੁਰੂਦੇਵ ਨੇ ਸਾਰੀਆਂ ਉਦਾਸੀਆਂ ਤੋਂ ਬਾਅਦ ਸੰਸਾਰ ਦੀ ਸਤਨਾਮ ਦਾ ਉਪਦੇਸ਼ ਦੇਣ ਤੋਂ ਬਾਅਦ ਗੁਜ਼ਾਰੀ, ਉਹ ਰਾਵੀ ਦੇ ਕੰਢੇ 'ਤੇ ਜਦੋਂ ਆਪ ਕਰਤਾਰਪੁਰ ਵਸਾਇਆ। ਇਹੀ ਉਹ ਧਰਤੀ ਹੈ ਜਿੱਥੇ ਗੁਰੂਦੇਵ ਨੇ ਆਪ ਆਪਣੇ ਹੱਥੀਂ ਖੇਤੀ ਕੀਤੀ, ਲੰਗਰ ਚਲਾਏ ਅਤੇ ਵੰਡ ਛਕਣ ਦਾ, ਨਾਮ ਵੀ ਅਤੇ ਕਿਰਤ ਵੀ, ਕਮਾਈ ਵੀ, ਉਹ ਲੋੜਵੰਦਾਂ ਨਾਲ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ। ਇਹੀ ਉਹ ਰਾਵੀ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋਤ ਨਾਲ ਪ੍ਰਕਾਸ਼ੇ ਗਏ ਭਾਈ ਸਾਹਿਬ ਭਾਈ ਲਹਿਣਾ ਜੀ, ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਦੇ ਇਸ ਨਿਰਮਲ ਪੰਥ ਨੂੰ ਅੱਗੇ ਚਲਾਉਣ ਵਾਸਤੇ ਗੁਰਤਗਦੀ 'ਤੇ ਬਿਰਾਜਮਾਨ ਹੋਏ। ਇਹੀ ਉਹ ਰਾਵੀ ਹੈ ਜਿਸ ਦੇ ਕੰਢੇ 'ਤੇ ਪੰਜਵੀਂ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਹਜ਼ੂਰ ਨੂੰ ਸਿਰਫ ਇਸ ਕਰਕੇ ਸ਼ਹੀਦ ਕਰ ਦਿੱਤਾ ਗਿਆ, ਸਮੇਂ ਦੇ ਹਾਕਮਾਂ ਵੱਲੋਂ, ਜਹਾਂਗੀਰ ਵੱਲੋਂ ਹੁਕਮ ਦੇ ਕੇ ਕਿ ਇਹ ਜਿਹੜਾ ਤੁਸੀਂ ਧਰਮ ਦਾ ਪ੍ਰਚਾਰ ਕਰਦੇ ਹੋ ਇਹ ਸਾਨੂੰ ਨਹੀਂ ਪਾਉਂਦਾ, ਇਹਦੇ ਲਈ ਜਾਂ ਤਾਂ ਤੁਸੀਂ ਇਸਲਾਮ ਕਬੂਲ ਕਰੋ, ਨਹੀਂ ਤੇ ਤੁਹਾਡਾ ਘਰ ਘਾਟ ਜ਼ਬਤ ਕਰਕੇ
ਤੁਹਾਨੂੰ ਤਸੀਹੇ ਦੇ ਕੇ ਯਾਸਾ ਦੇ ਕਾਨੂੰਨ ਅਧੀਨ ਖਤਮ ਕਰ ਦਿੱਤਾ ਜਾਵੇਗਾ। ਗੁਰੂਦੇਵ ਨੇ ਹੰਕਾਰ ਅੱਗੇ, ਮੁਤੱਸਬ ਅੱਗੇ, ਤੰਗ ਸੋਚਣੀ ਅੱਗੇ ਝੁਕਣਾ ਪ੍ਰਵਾਨ ਨਹੀਂ ਕੀਤਾ। ਗੁਰੂ ਨਾਨਕ ਪਾਤਸ਼ਾਹ ਦੀ ਜੋਤ ਨਾਲ ਪ੍ਰਕਾਸ਼ਮਾਨ ਹੋਏ ਹੋਏ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਸ ਜੋਤ ਨੂੰ ਪ੍ਰਕਾਸ਼ਣ ਵਾਸਤੇ ਜੋ ਕੀਮਤ ਦੇਣੀ ਪਈ ਆਪਣੀ ਸ਼ਹਾਦਤ ਦੀ, ਉਹ ਕੀਮਤ ਦਿੱਤੀ। ਰਾਵੀ ਉਸ ਸ਼ਹਾਦਤ ਦਾ ਵੀ ਗਵਾਹ ਹੈ। ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਦਾ ਵਸਾਇਆ ਹੋਇਆ ਨਗਰ ਕਰਤਾਰਪੁਰ, ਉਸ ਦੇ ਵਿੱਚ ਚੱਲੀਆਂ ਦੈਵੀ ਸਰਗਰਮੀਆਂ, ਜੋਤ ਕਿਵੇਂ ਅੱਗੋਂ ਪ੍ਰਕਾਸ਼ਮਾਨ ਹੁੰਦੀ ਹੈ, ਇਸ ਦੀ ਵੀ ਉਹ ਗਵਾਹ ਹੈ। ਸੋ ਰਾਵੀ ਇੱਕ ਉਹ ਐਸਾ ਇਤਿਹਾਸਕ ਦਰਿਆ ਹੈ ਜਿਸ ਨੇ ਸਾਡਾ ਸਿੱਖੀ ਦਾ ਇਤਿਹਾਸ ਸੰਭਾਲ ਕੇ ਰੱਖਿਆ। ਦੂਸਰਾ ਆ ਸਤਲੁਜ ਦਰਿਆ ਹੈ ਜਿਹੜਾ ਗਵਾਹ ਹੈ ਉਸ ਵੀਰ ਰਸੀ ਜੋਸ਼ ਭਰੇ ਉਤਸ਼ਾਹ ਦੇ ਇਤਿਹਾਸ ਦਾ। ਇੱਥੋਂ ਜਲ ਲੈ ਕੇ, ਇਸੇ ਵਿੱਚੋਂ ਹੀ ਜਲ ਲੈ ਕੇ, ਸਤਲੁਜ ਵਿੱਚੋਂ ਖੰਡਾ ਬਾਟਾ ਲੈ ਕੇ ਉਸ ਬਾਟੇ ਵਿੱਚ ਇਹ ਸਤਲੁਜ ਦਰਿਆ ਦਾ ਪਾਣੀ ਪਾ ਕੇ ਅਤੇ ਪੰਜਾਂ ਬਾਣੀਆਂ ਦਾ ਪਾਠ ਜੋ ਇਤਿਹਾਸ ਕਰ, ਉਹ ਅੰਮ੍ਰਿਤ ਤਿਆਰ ਕੀਤਾ ਗਿਆ, ਜਿਸ ਦੇ ਰਾਹੀਂ ਪੰਜ ਪਿਆਰਿਆਂ ਦੀ ਪ੍ਰੀਖਿਆ ਤੋਂ ਬਾਅਦ ਉਹਨਾਂ ਨੂੰ ਉਹ ਅੰਮ੍ਰਿਤ ਛਕਾ ਕੇ ਫਿਰ ਕਲਗੀਧਰ ਪਾਤਸ਼ਾਹ ਹਜ਼ੂਰ ਨੇ ਬੇਨਤੀ ਕੀਤੀ ਕਿ ਹੁਣ ਇਹ ਜਿਹੜੀ ਦਾਤ ਖੰਡੇ ਬਾਟੇ ਦੇ ਅੰਮ੍ਰਿਤ ਦੀ, ਇਹ ਪੰਜ ਪਿਆਰੇ ਸਾਹਿਬਾਨ ਤੁਹਾਨੂੰ ਮਿਲੀ ਹੈ, ਹੁਣ ਇਹ ਦਾਤ ਮੈਨੂੰ ਵੀ ਦਿਓ। ਤੁਸੀਂ ਮੇਰੇ ਗੁਰੂ ਅਤੇ ਮੈਂ ਤੁਹਾਡੇ ਸਾਹਮਣੇ ਸਿਰ ਝੁਕਾ ਕੇ ਤੁਹਾਡੇ ਕੋਲੋਂ ਇਹ ਦਾਤ ਮੰਗਦਾ। ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰਚੇਲਾ ਦਾ ਕੌਤਕ ਜਿਹੜਾ ਹੋਇਆ ਖਾਲਸਾ ਸਾਜਨਾ ਦਾ। ਅਤੇ ਕਲਗੀਧਰ ਪਾਤਸ਼ਾਹ ਨੇ ਪੰਜ ਪਿਆਰੇ ਸਾਹਿਬਾਨ ਕੋਲੋਂ ਜਿਹੜਾ ਅੰਮ੍ਰਿਤ ਪਾਨ ਕੀਤਾ, ਔਰ ਉਸ ਤੋਂ ਬਾਅਦ ਬਾਣੀ ਅਤੇ ਬਾਣੇ ਦੇ ਰਾਹੀਂ ਜਿਹੜੀ ਇੱਕ ਖਾਲਸਾ ਕੌਮ ਸਿਰਜੀ ਗਈ, ਜਿਸ ਨੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਭਜਨ ਬੰਦਗੀ ਦਾ, ਸਰਬੱਤ ਦੇ ਭਲੇ ਲਈ, ਦੂਜਿਆਂ ਦੇ ਧਾਰਮਿਕ ਵਿਸ਼ਵਾਸ ਨੂੰ ਜਿਉਂਦਾ ਰੱਖਣ ਲਈ, ਜਿਹੜੀਆਂ ਇੱਥੇ ਹੰਕਾਰ ਅਤੇ ਕ੍ਰੋਧ ਦੀਆਂ ਜ਼ੰਜੀਰਾਂ, ਵਹਿਮਾਂ ਭਰਮਾਂ ਦੀਆਂ, ਗੁਲਾਮੀ ਦੀਆਂ ਜ਼ੰਜੀਰਾਂ ਸਦੀਆਂ ਤੋਂ ਇਸ ਧਰਤੀ ਦੇ ਬਸ਼ਿੰਦਿਆਂ ਦੇ ਗਲ ਪਈਆਂ ਹੋਈਆਂ ਸੀ, ਭਾਵੇਂ ਉਹ ਬਾਹਮਣਵਾਦ ਦੇ ਰੂਪ ਵਿੱਚ ਸੀ, ਜਾਤਪਾਤ ਦੇ ਰੂਪ ਵਿੱਚ ਸੀ, ਭਾਵੇਂ ਉਹ ਸਮੇਂ ਦੇ ਹਾਕਮਾਂ ਦੇ ਮੁਤੱਸਬ ਦੇ ਕਰਕੇ ਸੀ। ਗੁਰੂ ਸਾਹਿਬ ਨੇ ਉਹਨਾਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਵਾਸਤੇ ਖਾਲਸੇ ਦੀ ਸਾਜਨਾ ਕਰਕੇ ਕੁਰਬਾਨੀਆਂ ਦਾ ਇੱਕ ਇਤਿਹਾਸ ਸਿਰਜਿਆ। ਸਤਲੁਜ ਦਰਿਆ, ਇੱਥੋਂ ਅਸੀਂ ਸ਼ੁਰੂ ਕਰਦੇ ਹਾਂ ਇਸ ਪਾਵਨ ਨਿਵਾਜੀ ਹੋਈ ਧਰਤੀ ਦਾ ਇਤਿਹਾਸ। ਇਹ ਸਤਲੁਜ ਹੈ ਜਿਹੜਾ ਮਾਨਸਰੋਵਰ ਝੀਲ ਤੋਂ ਚੱਲਦਾ ਆਇਆ। ਪੁਰਾਤਨ ਗ੍ਰੰਥਾਂ ਵਿੱਚ ਇਹਦਾ ਨਾਮ ਸਤਦਰਵ ਹੈ। ਗੁਰੂ ਸਾਹਿਬਾਨ ਦੀ ਦਸਮ ਗ੍ਰੰਥ ਦੀ ਬਾਣੀ ਵਿੱਚ ਵੀ ਇਸ ਨੂੰ ਸਤਦਰਵ ਕਰਕੇ ਹੀ ਬਿਆਨ ਕੀਤਾ ਗਿਆ। ਇਹ ਸਤਲੁਜ ਦੇ ਵਿੱਚ ਅੱਜ ਅਸੀਂ ਇਸ ਕਰਕੇ ਖੜ੍ਹੇ ਹਾਂ ਕਿਉਂਕਿ ਇਹ ਸਾਖੀ ਹੈ, ਇਹ ਗਵਾਹ ਹੈ ਇਸ ਪਾਵਨ ਧਰਤੀ ਦੇ ਗੁਰੂ ਪਾਤਸ਼ਾਹਾਂ ਦੀ ਬਖਸ਼ਿਸ਼ ਨਾਲ ਹੋਂਦ ਵਿੱਚ ਆਉਣ। ਇਹ ਸਤਲੁਜ ਦਰਿਆ ਜਦੋਂ ਮਾਨਸਰੋਵਰ ਤੋਂ ਚੱਲਦਾ ਚੱਲਦਾ ਬਿਲਾਸਪੁਰ ਦੀ ਰਿਆਸਤ ਵਿੱਚੋਂ ਲੰਘਦਾ ਤਾਂ ਇਹ ਬਿਲਾਸਪੁਰ ਉਹ ਰਿਆਸਤ ਹੈ ਜਿੱਥੇ ਦਾ ਰਾਜਾ ਭੀਮ ਚੰਦ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਜਿਹੜੇ 52 ਰਾਜੇ ਆਜ਼ਾਦ ਕਰਵਾਏ ਸੀ, ਉਹਨਾਂ ਵਿੱਚੋਂ ਇੱਕ ਸੀ। ਇਸੇ ਕਰਕੇ ਗੁਰੂ ਘਰ ਦੇ ਪ੍ਰਤੀ ਉਹਦੀ ਸ਼ਰਧਾ ਬਹੁਤ ਜ਼ਿਆਦਾ ਸੀ। ਉਹਦੀ ਰਾਣੀ ਚੰਪਾ, ਉਹ ਵੀ ਇਸੇ ਕਰਕੇ ਗੁਰੂ ਘਰ ਦੀ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਦੇਣਦਾਰ ਸਮਝਦੀ ਸੀ, ਕਿਉਂਕਿ ਉਹਨਾਂ ਦੇ ਕਰਕੇ ਉਹਨਾਂ ਦਾ ਰਾਜ ਭਾਗ, ਉਹਨਾਂ ਦਾ ਪਤੀ
ਉਹਨੂੰ ਜ਼ਿੰਦਗੀ ਮਿਲੀ। ਜਦੋਂ ਰਾਜਾ ਦੀਪ ਚੰਦ ਦੀ ਸੱਦਾ ਆ ਗਿਆ, ਚਲਾਣਾ ਹੋਇਆ, ਤਾਂ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਤਾਂ ਚੜ੍ਹਾਈ ਕਰ ਚੁੱਕੇ ਸੀ, ਜੋਤੀ ਜੋਤ ਸਮਾ ਚੁੱਕੇ ਸੀਗੇ। ਉਹਨਾਂ ਦੇ ਪੂਜ ਮਹਿਲ ਮਾਤਾ ਨਾਨਕੀ ਜੀ, ਜਿਨ੍ਹਾਂ ਦੇ ਸਪੁੱਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ, ਅੰਤਮ ਰਸਮਾਂ ਵੇਲੇ ਰਾਣੀ ਚੰਪਾ ਨੇ ਮਾਤਾ ਨਾਨਕੀ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੰਦੇਸ਼ ਭੇਜਿਆ ਕਿ ਆਪ ਇੱਥੇ ਰਿਆਸਤ ਵਿੱਚ ਆਓ। ਤਾਂ ਉਸ ਵੇਲੇ ਹੀ ਇਹ ਰਸਮਾਂ ਦੀ ਅਦਾਇਗੀ ਤੋਂ ਬਾਅਦ ਰਾਣੀ ਨੇ ਆਪਣੇ ਮਨ ਦੀ ਇੱਛਾ ਪ੍ਰਗਟ ਕੀਤੀ ਕਿ ਮੈਨੂੰ ਆਪਣੇ ਪਤੀ ਦੇ ਜਾਣ ਤੋਂ ਬਾਅਦ ਇਸ ਤਰ੍ਹਾਂ ਲੱਗਦਾ ਕਿ ਹੁਣ ਬਾਕੀ ਸਵਾਸ ਜਿਹੜੇ ਨੇ ਉਹ ਤੁਹਾਡੇ ਪਿਆਰ ਵਿੱਚ, ਤੁਹਾਡੀ ਸੰਗਤ ਵਿੱਚ, ਤੁਹਾਡੇ ਬਚਨ ਬਲਾਸ ਸੁਣਦਿਆਂ, ਤੁਹਾਡੇ ਦਰਸ਼ਨ ਕਰਦਿਆਂ ਮੇਰੇ ਬਤੀਤ ਹੋਣ, ਸਫਲਾ ਹੋ ਜਾਏ ਮੇਰਾ ਜੀਵਨ। ਕਿ ਤੁਸੀਂ ਇੱਥੇ ਹੀ ਪੱਕਾ ਕੋਈ ਅਸਥਾਨ ਟਿਕਾਣਾ, ਆਪਣਾ ਨਿਵਾਸ ਸਥਾਨ ਨਹੀਂ ਬਣਾ ਸਕਦੇ? ਬੇਨਤੀ ਕੀਤੀ। ਤਾਂ ਉਸ ਵੇਲੇ ਪੂਜ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਦੋਂ ਇਸ ਬੇਨਤੀ ਨੂੰ ਪੂਰਿਆਂ ਕਰਨ ਵਾਸਤੇ ਆਗਿਆ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਅੰਤਰ ਧਿਆਨ ਹੋ ਕੇ ਸੋਚਦੇ ਹੈ ਕਿ ਕਿਸ ਤਰੀਕੇ ਨਾਲ ਟਿਕਾਣਾ ਬਣਾਇਆ ਜਾ ਸਕੇ। ਭਾਵੇਂ ਕੀਰਤਪੁਰ ਸਾਹਿਬ ਅਸਥਾਨ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਤਾ ਸੀ, ਪਰ ਗੁਰੂ ਤੇਗ ਬਹਾਦਰ ਸਾਹਿਬ ਕਿਸੇ ਹੋਰ ਆਉਣ ਵਾਲੇ ਸਮੇਂ ਦੇ ਕੌਤਕਾਂ ਦੇ ਪ੍ਰਤੀ ਮਨ ਦੇ ਵਿੱਚ ਖਿਆਲ ਕਰਦੇ। ਆਪਾਂ ਨਹੀਂ ਦੱਸ ਸਕਦੇ ਕਿ ਸੱਚੇ ਪਾਤਸ਼ਾਹ ਹਜ਼ੂਰ ਦੇ ਅੰਦਰ ਕੀ ਚੱਲ ਰਿਹਾ ਸੀ। ਦੁਨੀਆ ਦਾ ਕੋਈ ਵੀ ਵੱਡੇ ਤੋਂ ਵੱਡਾ ਵਿਦਵਾਨ, ਵਿਚਾਰਵਾਨ ਗੁਰੂ ਦੇ ਅੰਦਰ ਦੀਆਂ ਉਹ ਕੌਤਕੀ ਬਿਰਤੀਆਂ ਨੂੰ ਨਹੀਂ ਦੱਸ ਸਕਦਾ ਹੁੰਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਕਿ ਠੀਕ ਹੈ, ਅਸੀਂ ਇੱਥੇ ਟਿਕਾਣਾ ਬਣਾਵਾਂਗੇ, ਪਰ ਅਸੀਂ ਧਰਤੀ ਐਵੇਂ ਹੀ ਨਹੀਂ ਲੈਣੀ, ਅਸੀਂ ਇਸ ਨੂੰ ਮੁੱਲ ਖਰੀਦਾਂਗੇ। ਤਾਂ 3 ਪਿੰਡ ਇਸੇ ਸਤਲੁਜ ਦੇ ਕਿਨਾਰੇ 'ਤੇ ਜਿਹੜੇ ਵਸੇ ਹੋਏ ਸੀ, ਉਹ ਗੁਰੂ ਸਾਹਿਬ ਨੇ ਮੁੱਲ ਖਰੀਦੇ। ਅੱਜ ਵੀ ਸਰਕਾਰੀ ਕਾਗਜ਼ਾਂ ਦੇ ਵਿੱਚ ਇਸ ਗੱਲ ਦੀ ਜਾਣਕਾਰੀ ਹੈ ਕਿ 500 ਮੋਹਰਾਂ ਗੁਰੂ ਸਾਹਿਬ ਨੇ ਬਿਲਾਸਪੁਰ ਦੀ ਰਾਣੀ ਨੂੰ ਦੇ ਕੇ 3 ਪਿੰਡ ਖਰੀਦੇ। ਪਿੰਡ ਮਟੌਰ, ਪਿੰਡ ਸਹੋਤਾ ਤੇ ਪਿੰਡ ਮੀਹਾਂਪੁਰ। ਇਹ 3 ਪਿੰਡ ਖਰੀਦ ਕੇ ਤੇ ਪਿੰਡ ਸਹੋਟਾ ਦੇ ਵਿੱਚ ਗੁਰੂ ਦੇਵ ਜੀ ਨੇ ਨਗਰ ਦੀ ਨੀਂਹ ਰੱਖੀ ਤੇ ਨਾਮ ਰੱਖਿਆ ਚੱਕ ਮਾਤਾ ਨਾਨਕੀ, ਆਪਣੇ ਪੂਜ ਮਾਤਾ ਨਾਨਕੀ ਜੀ ਦੇ ਨਾਮ ਤੇ। ਸੋ ਇਹ ਸਤਲੁਜ ਉਸ ਤੋਂ ਬਾਅਦ ਗਵਾਹ ਬਣਿਆ। ਇਸ ਨਗਰੀ ਦੇ ਵਸਣ ਤੋਂ ਲੈ ਕੇ ਜੋ ਕੁਛ ਕੌਤਕ ਹੁੰਦੇ ਆਏ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਆਨੰਦਪੁਰੀ ਨੂੰ ਤਿਆਗਣ ਤੱਕ ਜੋ ਕੁਛ ਇੱਥੇ ਕੌਤਕ ਹੋਏ, ਉਹਨਾਂ ਦਾ ਇਹ ਗਵਾਹ ਹੈ। ਭਾਵੇਂ ਉਹ ਖਾਲਸੇ ਦੀ ਸਾਜਨਾ ਸੀ, ਭਾਵੇਂ ਉਸ ਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਕੋਲ ਕਸ਼ਮੀਰੀ ਪੰਡਿਤ ਜਦੋਂ ਚੱਲ ਕੇ ਆਏ ਕਿ ਸਾਡਾ ਧਰਮ ਜਿਹੜਾ ਹੈ ਉਹ ਇਸ ਵੇਲੇ ਖ਼ਤਮ ਕਰਨ ਵਾਸਤੇ ਸਮੇਂ ਦਾ ਹਾਕਮ ਔਰੰਗਜ਼ੇਬ ਜਿਹੜਾ ਹੈ ਉਹ ਜ਼ੁਲਮ ਕਰ ਰਿਹਾ, ਸਾਡਾ ਜਨੇਊ, ਸਾਡਾ ਤਿਲਕ, ਸਾਡੀ ਪੂਜਾ, ਸਾਡੇ ਪੂਜਾ ਅਸਥਾਨ, ਇਹ ਸਾਰੇ ਮਲੀਆ ਮੇਟ ਕਰਨ ਵਾਲੇ ਪਾਸੇ ਤੁਰਿਆ ਹੋਇਆ। ਸਾਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ ਜਿਹੜਾ ਸਾਡੀ ਬੌੜੀ ਕਰੇ, ਸਾਡੀ ਬਾਂਹ ਫੜੇ, ਸਾਡੇ ਧਾਰਮਿਕ ਵਿਸ਼ਵਾਸ ਨੂੰ, ਸਾਡੇ ਸਰੂਪ ਨੂੰ ਬਚਾ ਸਕੇ। ਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹਨਾਂ ਦੇ ਹੀ ਸਪੁੱਤਰ ਗੋਬਿੰਦ ਰਾਏ ਜੀ ਨੇ ਆਨੰਦਪੁਰੀ ਤੋਂ ਤੋਰਿਆ ਸੀ ਦਿੱਲੀ, ਔਰੰਗਜ਼ੇਬ ਨੂੰ ਝੰਜੋੜਨ ਵਾਸਤੇ ਕਿ ਜੋ ਕੁਛ ਤੂੰ ਕਰ ਰਿਹਾ ਇਹ ਨਾ ਤੇ ਸੱਚੇ ਸੁੱਚੇ ਮੁਸਲਮਾਨ ਦਾ ਧਰਮ ਹੈ, ਨਾ ਇਸਲਾਮ ਕੁਰਾਨ ਇਸ ਗੱਲ ਦੀ ਆਗਿਆ ਦਿੰਦਾ ਹੈ ਕਿ ਤੁਸੀਂ ਕਿਸੇ ਦੇ ਧਾਰਮਿਕ ਵਿਸ਼ਵਾਸ ਨੂੰ ਠੇਸ ਲਾਓ।
औरंगजेब समय ਦਾ ਹਾਕਮ ਜਿਹੜਾ ਆਪਣੇ ਆਪ ਨੂੰ ਸੱਚਾ ਸੁੱਚਾ ਮੁਸਲਮਾਨ ਕਹਾਉਂਦਾ, ਪਰ ਮੁਤੱਸਬੀ ਤੰਗ ਸੋਚਣੀ ਵਾਲਾ ਜਿਹੜਾ ਇਸ ਹਿੰਦੁਸਤਾਨ ਦੀ ਧਰਤੀ 'ਤੇ ਕਿਸੇ ਹੋਰ ਧਾਰਮਿਕ ਵਿਸ਼ਵਾਸ ਨੂੰ ਵੱਧਦਾ ਫੁੱਲਦਾ ਜਾਂ ਸਥਾਪਿਤ ਹੋਇਆ ਨਹੀਂ ਸੀ ਦੇਖਣਾ ਚਾਹੁੰਦਾ। ਉਹ ਤਾਂ ਸਿਰਫ ਇੱਕੋ ਹੀ ਚਾਹੁੰਦਾ ਸੀ ਭਈ ਕਿਸੇ ਨਾ ਕਿਸੇ ਤਰ੍ਹਾਂ ਇਸਲਾਮ ਦਾ ਬੋਲਬਾਲਾ ਹੋਵੇ, ਇਸਲਾਮ ਦੇ ਹੀ ਧਰਮ ਸਥਾਨ ਹੋਣ, ਕੁਰਾਨ ਦੀ ਹੀ ਚਰਚਾ ਹੋਵੇ। ਹਾਲਾਂਕਿ ਕੁਰਾਨ ਨੇ, ਇਸਲਾਮ ਨੇ, ਹਜ਼ਰਤ ਮੁਹੰਮਦ ਸਾਹਿਬ ਨੇ ਕਿਤੇ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਕਿ ਤੁਸੀਂ ਆਪਣੇ ਧਰਮ ਦੀ ਪਾਲਣਾ ਕਰਦਿਆਂ ਕਿਸੇ ਹੋਰ ਧਾਰਮਿਕ ਵਿਸ਼ਵਾਸ ਨੂੰ ਠੇਸ ਪਹੁੰਚਾਓ ਜਾਂ ਅਪਮਾਨਿਤ ਕਰੋ ਜਾਂ ਉਹਦੇ ਵਿਸ਼ਵਾਸ ਵਾਲੇ ਲੋਕਾਂ ਨੂੰ ਤੰਗ ਕਰੋ। ਪਰ ਉਹ ਇਸ ਤਰੀਕੇ ਨਾਲ ਕਰਦਾ ਸੀ, ਉਹਨੂੰ ਕਾਜ਼ੀਆਂ ਮੁਲਾਣਿਆਂ ਨੇ ਇਸ ਤਰੀਕੇ ਵਾਲੇ ਪਾਸੇ ਤੋਰਤਾ ਸੀ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਨੇ ਆਪਣੀ ਪਰਉਪਕਾਰੀ ਬਿਰਤੀ ਦੇ ਅਧੀਨ ਆਪਣੇ ਹੀ ਸਪੁੱਤਰ ਗੁਰੂ ਗੋਬਿੰਦ ਰਾਏ ਜੀ ਦੇ ਨਾਲ ਵਿਚਾਰ ਕਰਕੇ ਕਸ਼ਮੀਰੀ ਪੰਡਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਤਿਲਕ ਜੰਨੂ ਦੀ ਰਾਖੀ ਵਾਸਤੇ ਇੱਥੇ ਹੀ ਆਨੰਦਪੁਰ ਤੋਂ ਚਾਲੇ ਪਾਏ ਸੀ। ਉਸ ਕੌਤਕ ਦਾ ਵੀ ਇਹ ਸਤਲੁਜ ਗਵਾਹ ਹੈ। ਜਦੋਂ ਸੱਚੇ ਪਾਤਸ਼ਾਹ ਹਜ਼ੂਰ ਇੱਥੋਂ ਗਏ ਨੇ ਤੇ ਉੱਥੇ ਸ਼ਹਾਦਤ ਹੋ ਗਈ ਚਾਂਦਨੀ ਚੌਂਕ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ। ਤੇ ਉਹਨਾਂ ਦੇ ਅਨੰਨ ਸਿੱਖ ਭਾਈ ਜੈਤਾ ਜੀ ਜਦੋਂ ਮਹਾਰਾਜ ਦਾ ਸੀਸ ਲੈ ਕੇ ਵਾਪਸ ਆਏ ਨੇ ਤਾਂ ਗੋਬਿੰਦ ਰਾਏ ਜੀ ਨੇ ਆਪ ਆਪਣੇ ਕਰ ਕਮਲਾਂ ਨਾਲ ਭਾਈ ਜੈਤਾ ਜੀ ਕੋਲੋਂ ਉਹ ਸੀਸ ਪ੍ਰਾਪਤ ਕੀਤਾ। ਪੂਜ ਮਾਤਾ ਗੁਜਰੀ ਜੀ ਜਿਹੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮਹਿਲ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਪੂਜ ਮਾਂ ਉਹ ਨਾਲ ਨੇ। ਉਸ ਕੌਤਕ ਨੂੰ ਇਹ ਸਤਲੁਜ ਨੇ ਦੇਖਿਆ, ਇਹ ਉਹਦਾ ਗਵਾਹ ਹੈ। ਇਹ ਗੁਰਦੁਆਰਾ ਬਬੌਰ ਸਾਹਿਬ ਉਹ ਸਥਾਨ ਹੈ ਜੋ ਇਤਿਹਾਸ ਸਾਨੂੰ ਦੱਸਦਾ ਕਿ ਕਲਗੀਧਰ ਪਾਤਸ਼ਾਹ ਹਜ਼ੂਰ ਅਕਸਰ ਆਨੰਦਪੁਰ ਸਾਹਿਬ ਤੋਂ ਵਿਚਰਦਿਆਂ ਸਿੰਘਾਂ ਨਾਲ ਇੱਧਰ ਨੂੰ ਆ ਜਾਂਦੇ ਹੁੰਦੇ ਸੀਗੇ। ਇੱਕ ਗੁਰਦੁਆਰਾ ਘਾਟ ਸਾਹਿਬ ਹੈ ਜਿਹਦਾ ਅਸੀਂ ਬਾਅਦ 'ਚ ਦਰਸ਼ਨ ਕਰਾਂਗੇ। ਇਹ ਹੈ ਗੁਰਦੁਆਰਾ ਭਬੌਰ ਸਾਹਿਬ ਜਿੱਥੇ ਸੱਚੇ ਪਾਤਸ਼ਾਹ ਹਜ਼ੂਰ ਨੇ ਕੁਝ ਮਹੀਨੇ ਇੱਥੇ ਬਤੀਤ ਕੀਤੇ। ਤੇ ਚੌਪਈ ਸਾਹਿਬ ਕਬੀਰਵਾਚ ਬੇਨਤੀ ਚੌਪਈ ਹਮਰੀ ਕਰੋ ਹੱਦ ਹੈ ਰੱਛਾ ਪੂਰਨ ਹੋਈ ਚਿੱਤ ਕੀ ਇੱਛਾ, ਉਸ ਚੌਪਈ ਦਾ ਉਚਾਰਨ ਇਸੇ ਅਸਥਾਨ ਤੇ ਹੋਇਆ। ਵਾਹਿਗੁਰੂ ਜੀ ਕੀ ਫਤਿਹ। ਕਬਿਓ ਅੱਜ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ ਹਮਰੀ ਕਰੋ
दे अनील आका मूड़ ना को पेवना ना को करपा महामूड़ कय महादेव तो निरंकार का आप अपनी वर्णत कहना उमरा लगाना एक सजा एक रूप अंग भय अंडज जेरे उड़ खान कहूँ बोल रहा कहूँ सिमड़ भयो डिगरी सेठ आजुगा आवरच्छा 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 देखो बार कोई कजते उठ सकल मले ये अस्तुता इनके द्वैत पूर्व ज्ञान पर इनके गुण जो कल को एक आंके काल सच्चा वे द्वैत हरित कृपा धरित धन आंके ताप वेद सेद द्वैत जवाब एक बार देने